ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਨ 1906 ਦੀ ਨਿਮਾਣੀ ਦੇ ਜੋੜ ਮੇਲੇ ਵਿੱਚ ਸੰਤ ਜੀ ਮਹਾਰਾਜ ਨੇ ਗੁਰੂ ਸਾਗਰ ਸਾਹਿਬ ਸਕੂਲ ਖੁਲਵਾਏ ਜਾਣ ਦੀ ਆਗਿਆ ਕੀਤੀ ਸੀ ਅਤੇ ਸਰਦਾਰ ਨਿਹਾਲ ਸਿੰਘ ਜੀ ਨੇ ਇਸ ਲਈ ਅਪੀਲ ਕੀਤੀ। ਸਾਧ ਸੰਗਤ ਨੇ ਜੋ ਮਾਇਆ ਅਰਦਾਸ ਕਰਾਈ ਉਹ ਸੰਤ ਜੀ ਮਹਾਰਾਜ ਨੇ ਪਟਿਆਲੇ ਦੀ ਦਸਵੰਧ ਕਮੇਟੀ ਦੇ ਸਪੁਰਦ ਕੀਤੀ ਸੀ। ਉਹਨਾਂ ਨੂੰ ਸੰਤ ਜੀ ਨੇ ਹੁਕਮ ਦਿੱਤਾ ਕਿ ਭਾਈ ਮਸਤੂਆਣੇ ਵਿੱਚ ਸਕੂਲ ਚਲਾਓ। ਸੰਤ ਤੇਜਾ ਸਿੰਘ ਜੀ ਵੀ ਇਸ ਸਮੇਂ ਵਿੱਦਿਆ ਦੀ ਸੇਵਾ ਲਈ ਆਪਣਾ ਸਰੀਰ ਅਰਦਾਸ ਕਰਵਾਇਆ ਸੀ। ਆਗਿਆ ਮੰਗਣ ਪਰ ਸੰਤ ਜੀ ਮਹਾਰਾਜ ਵੱਲੋਂ ਪੱਛਮ ਦੇਸ਼ ਜਾ ਕੇ ਵਿੱਦਿਆ ਪੜ੍ਹਨ ਦਾ ਹੁਕਮ ਹੋਇਆ ਸੀ। ਸੰਤ ਜੀ ਮਹਾਰਾਜ ਨੇ ਫਰਮਾਇਆ ਸੀ ਕਿ ਅਸੀਂ ਪਿੱਛੋਂ ਸਹਾਇਤਾ ਪਹੁੰਚਾਉਂਦੇ ਰਹਾਂਗੇ। ਇਸ ਮੌਕੇ 'ਤੇ ਭਾਈ ਲਾਲ ਸਿੰਘ ਜੀ ਉਪਦੇਸ਼ਕ, ਜਿਨ੍ਹਾਂ ਨੇ ਕਿ ਗੁਜਰਾਂਵਾਲੇ ਉਪਦੇਸ਼ਕ ਕਾਲਜ ਯਤੀਮਖਾਨੇ ਵਿੱਚ ਅਤੁੱਟ ਸੇਵਾ ਕੀਤੀ ਸੀ, ਮੌਜੂਦ ਸਨ। ਸੰਨ 1907 ਦੇ ਮਾਘੀ ਦੇ ਜੋੜ ਮੇਲੇ 'ਤੇ ਫਿਰ ਇਹ ਗੁਰਸਾਗਰ ਸਾਹਿਬ ਹਾਜ਼ਰ ਹੋਏ। ਤਦ ਇਹਨਾਂ ਦੀ ਕੁਝ ਪ੍ਰੇਮੀਆਂ ਨੇ ਹੱਤਕ ਕੀਤੀ। ਦੀਵਾਨ ਦੇ ਮਗਰੋਂ ਸੰਤ ਜੀ ਮਹਾਰਾਜ ਨੇ ਭਾਈ ਲਾਲ ਸਿੰਘ ਨੂੰ ਦਿਲਾਸਾ ਦਿੱਤਾ ਅਤੇ ਸਮਝਾਇਆ ਕਿ ਅਵਲ ਤਾਂ ਕੀਰਤਨ ਵਿੱਚ ਕੋਈ ਗੱਲ ਛੇੜਨੀ ਨਹੀਂ ਚਾਹੀਦੀ, ਪਰ ਜੇ ਛਿੜ ਵੀ ਪਵੇ ਤਾਂ ਸ਼ਾਂਤੀ ਨਾਲ ਵਿਚਾਰ ਕਰੇ ਅਤੇ ਸੁਣੇ। ਖਿੱਚੋਤਾਣ ਵਿੱਚੋਂ ਦੁੱਖ ਹੀ ਨਿਕਲਦਾ ਹੈ। ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਖਿੱਚੋਤਾਣ ਵਿਗੂਚੀਏ। ਫਿਰ ਸੰਤ ਜੀ ਮਹਾਰਾਜ ਨੇ ਭਾਈ ਲਾਲ ਸਿੰਘ ਜੀ ਨੂੰ ਧੀਰਜ ਬੰਧਾਈ ਅਤੇ ਆਖਿਆ, ਤੁਸੀਂ ਇਸ ਗੱਲ ਦਾ ਰੋਸ ਨਹੀਂ ਕਰਨਾ ਅਤੇ ਇਸ ਨੂੰ ਚਿੱਤ ਤੋਂ ਉੱਕਾ ਹੀ ਭੁਲਾ ਦੇਣਾ ਹੈ। ਭਾਈ ਲਾਲ ਸਿੰਘ ਜੀ ਨੇ ਸਤ ਬਚਨ ਕੀਤਾ ਅਤੇ ਆਖਿਆ ਕਿ ਹਜੂਰ ਦੀ ਮਿਹਰ ਹੋਵੇ ਤਾਂ ਇਹ ਬਿਰਤੀ ਨਿਭ ਸਕਦੀ ਹੈ। ਫਿਰ ਉਪਦੇਸ਼ਕ ਕਾਲਜ ਗੁਜਰਾਂਵਾਲੇ ਦੀ ਨੀਂਹ ਰੱਖਣ 'ਤੇ ਵਿਚਾਰ ਹੋਈ ਅਤੇ ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਜਦੋਂ ਤਾਰੀਖ ਮੁਕਰਰ ਕਰ, ਉਸ ਤੋਂ ਪਹਿਲਾਂ ਸਾਨੂੰ ਲੈ ਜਾਣਾ। ਸੋ 20 ਫਰਵਰੀ 1907 ਵਿੱਚ ਸੰਤ ਜੀ ਮਹਾਰਾਜ ਗੁਜਰਾਂਵਾਲੇ ਆਏ ਅਤੇ 12 ਫੱਗਣ ਨੂੰ ਉਪਦੇਸ਼ਕ ਕਾਲਜ ਗੁਜਰਾਂਵਾਲੇ ਦਾ ਬੁਨਿਆਦ ਪੱਥਰ ਰੱਖਿਆ। ਇਸ ਸਮਾਗਮ ਤੋਂ ਪਹਿਲਾਂ ਅਤੇ ਪਿੱਛੋਂ ਉਪਦੇਸ਼ਕ ਕਾਲਜ ਦੇ ਹਾਤੇ ਵਿੱਚ ਦੀਵਾਨ ਸਜਦੇ। ਅੰਮ੍ਰਿਤ ਵੇਲੇ 4 ਵਜੇ ਹੀ ਸਾਰਾ ਦੀਵਾਨ ਭਰਪੂਰ ਹੋ ਜਾਂਦਾ ਅਤੇ ਵਿਹੜੇ ਵਿੱਚ ਤਿਲ ਸੁੱਟਣ ਦੀ ਵੀ ਥਾਂ ਨਾ ਰਹਿੰਦੀ। ਭੋਗ ਦੇ ਮਗਰੋਂ ਸੰਗਤਾਂ ਆਪਣੀ ਥਾਂ 'ਤੇ ਚਲੀਆਂ ਜਾਂਦੀਆਂ। ਇੱਕ ਦਿਨ ਸੰਤ ਜੀ ਨੇ ਭਾਈ ਸ਼ਹਿਬਰ ਸਿੰਘ ਅਤੇ ਭਾਈ ਨਰੈਣ ਸਿੰਘ ਨੂੰ ਪੁੱਛਿਆ ਕਿ ਇੰਨੀ ਸੰਗਤ ਕਿੱਥੋਂ ਆ ਜਾਂਦੀ ਹੈ। ਉਹਨਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ, ਕਈ ਸੱਜਣ ਤਾਂ ਐਸੇ ਹਨ ਜਿਹੜੇ ਅੱਗੇ ਅਸੀਂ ਵੇਖੇ ਵੀ ਨਹੀਂ। ਉਹ ਅਡੋਲ ਆ ਜਾਂਦੇ ਹਨ ਅਤੇ ਕੀਰਤਨ ਵਿੱਚ ਸਮਾਧੀ ਸਥਿਤ ਰਹਿੰਦੇ ਹਨ ਅਤੇ ਅਰਦਾਸੇ ਮਗਰੋਂ ਚੁਪੀਤੇ ਹੀ ਚਲੇ ਜਾਂਦੇ ਹਨ। ਸੰਤ ਜੀ ਨੇ ਫਰਮਾਇਆ ਕਿ ਇਹ ਇੱਕ ਖਾਸ ਪਵਿੱਤਰ ਜਗ੍ਹਾ ਹੈ। ਇੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਹੈ। ਆਤਮ ਰਸ ਦੇ ਖਿੱਚੇ ਹੋਏ ਉਹ ਵੀ ਹਾਜ਼ਰ ਹੋ ਜਾਂਦੇ ਹਨ। ਇੱਥੇ ਇੱਕ ਬੜਾ ਸ਼ੋਭਨੀਕ ਗੁਰਦੁਆਰਾ ਬਣਨਾ ਚਾਹੀਦਾ ਹੈ। 1000 ਦਮੜੇ ਅਸੀਂ ਇਸ ਲਈ ਅਰਦਾਸ ਕਰਦੇ ਹਾਂ। ਜਿੰਨੀ ਛੇਤੀ ਹੋ ਸਕੇ ਇਸ ਸਥਾਨ ਨੂੰ ਸੰਪੂਰਨ ਕਰ ਲਵੋ। ਕੁਝ ਚਿਰ ਮਗਰੋਂ ਸੰਤ ਜੀ ਮਹਾਰਾਜ ਜੇਹਲਮ ਚਲੇ ਗਏ ਅਤੇ ਕਮੇਟੀ ਨੇ ਇਸ ਗੱਲ ਵੱਲ ਗੌਰ ਨਾ ਕੀਤੀ। ਜਦ 1000 ਦਮੜਾ ਆਇਆ, ਇਹ ਹੋਰ ਕੰਮਾਂ ਵਿੱਚ ਖਰਚ ਹੋ ਗਿਆ। ਜਦੋਂ ਜੇਹਲਮ ਪੁੱਜੇ ਤਾਂ ਸਾਰੀ ਸੰਗਤ ਹੁਮਾ ਕੇ ਸਟੇਸ਼ਨ 'ਤੇ ਚਲੀ ਗਈ। ਮਾਈ ਭਾਈ ਇੱਕ ਤੋਂ ਇੱਕ ਵੱਧ ਕੇ ਚਰਨਾਂ ਵੱਲ ਦੌੜੇ, ਜਿਸ ਤਰ੍ਹਾਂ ਲੋਹਾ ਚੁੰਬਕ ਵੱਲ ਦੌੜਦਾ ਹੈ। ਸੰਤ ਜੀ ਬਥੇਰਾ ਆਖਣ ਕੇ ਪ੍ਰੇਮੀਓ ਬਸ ਕਰੋ, ਪਰ ਪ੍ਰੇਮ ਵਿੱਚ ਮਸਤ ਸੰਗਤ ਚਰਨਾਂ ਦੀ ਛੋਹ ਲੈਣ ਦੇ ਆਸ਼ੇ ਨੂੰ ਪੂਰਾ ਕਰਦੀ ਹੀ ਰਹੀ। ਇਸ ਤਰ੍ਹਾਂ ਹੌਲੀ ਹੌਲੀ ਚੱਲਦੇ ਅਤੇ ਫੁੱਲਾਂ ਦੇ ਹਾਰ ਪਵਾਉਂਦੇ ਸੰਤ ਜੀ ਮਹਾਰਾਜ ਸਟੇਸ਼ਨ ਤੋਂ ਬਾਹਰ ਆਏ। ਅੱਗੇ ਘੋੜਾ ਗੱਡੀ ਤਿਆਰ ਸੀ। ਸੰਤ ਜੀ ਮਹਾਰਾਜ ਨੂੰ ਸ਼ਹਿਰ ਲਿਆਂਦਾ ਗਿਆ ਅਤੇ ਦਰਿਆ ਦੇ ਕਿਨਾਰੇ ਡੇਰਾ ਕਰਵਾਇਆ। ਇੱਥੇ ਨਾਲ ਹੀ ਗੁਰਦੁਆਰਾ ਸੀ। ਇਸ ਵਿੱਚ ਰੋਜ਼ ਦੀਵਾਨ ਲੱਗਣੇ ਸ਼ੁਰੂ ਹੋ ਗਏ। ਜੇਹਲਮ ਸ਼ਹਿਰ ਵਿੱਚ ਸੰਤ ਜੀ ਮਹਾਰਾਜ ਕਈ ਦਿਨ ਬਿਰਾਜੇ ਰਹੇ, ਪਰ ਇੱਥੇ ਮਾਈ ਭਾਈ ਦੀ ਇੰਨੀ ਭੀੜ ਹੋ ਗਈ ਕਿ ਭਾਵੇਂ ਸੰਤ ਜੀ ਮਹਾਰਾਜ 10 ਵਜੇ ਦੇ ਮਗਰੋਂ ਬੂਹਾ ਬੰਦ ਵੀ ਕਰ ਲੈਂਦੇ ਅਤੇ 3 ਵਜੇ ਤੱਕ ਕਿਸੇ ਨੂੰ ਨਾ ਖੋਲ੍ਹਣ ਦਿੰਦੇ, ਫਿਰ ਵੀ ਪ੍ਰੇਮੀਆਂ ਦੀ ਬਾਹਲੀ ਆਵਾਜਾਈ ਕਰਕੇ ਇਕਾਂਤ ਰਸ ਵਿੱਚ ਫਰਕ ਪੈਣ ਲੱਗ ਪਿਆ। ਇਸ ਲਈ ਸੰਤ ਜੀ ਮਹਾਰਾਜ ਭੇਲੀ ਵੱਲ ਚਲੇ ਗਏ, ਜਿਹੜੀ ਕਿ ਸ਼ਹਿਰ ਤੋਂ 2 ਕੁ ਮੀਲ 'ਤੇ ਅਜੇ ਵੀ ਮੌਜੂਦ ਹੈ। ਪ੍ਰੇਮੀਆਂ ਨੇ ਸੰਤ ਜੀ ਅਤੇ ਸਾਧ ਸੰਗਤ ਵਾਸਤੇ ਤੰਬੂ ਲਾ ਦਿੱਤੇ। ਬੇਲੀ ਵੀ ਬੈਕੁੰਠ ਧਾਮ ਬਣ ਗਿਆ। ਦੋਵੇਂ ਵੇਲੇ ਆਸਾ ਜੀ ਦੀ ਵਾਰ ਅਤੇ ਸੋਧਰ ਰਹਿਰਾਸ ਦੇ ਦੀਵਾਨ ਸੱਜਦੇ। ਮਾਈ ਭਾਈ ਹੁਮਾ ਕੇ ਹਾਜ਼ਰ ਹੁੰਦੇ। ਇਸ ਸਮੇਂ ਦੀ ਅਦੁੱਤੀ ਸਾਖੀ ਸਰਦਾਰ ਨਰੈਣ ਸਿੰਘ ਜੀ ਹੈੱਡ ਲੱਦੇਵਾਲਾ ਜ਼ਿਲ੍ਹਾ ਗੁਜਰਾਂਵਾਲੇ ਨੇ ਖਾਸ ਸੁਣਾਈ ਸੀ। ਇੱਕ ਦਿਨ ਭਾਈ ਗੋਪਾਲ ਸਿੰਘ ਜੇਹਲਮ ਨਿਵਾਸੀ ਭਾਈ ਨਰੈਣ ਸਿੰਘ ਜੀ ਪਾਸ ਗਏ ਅਤੇ ਆਖਿਆ ਕਿ ਅਸੀਂ ਬੇਲੀ ਵਿੱਚ ਇੱਕ ਅਸਚਰਜ ਕੌਤਕ ਵੇਖਿਆ ਹੈ।
ਉੱਥੇ ਮੈਂ ਸ਼ਾਮ ਦੇ ਦੀਵਾਨ ਮਗਰੋਂ ਇੱਕ ਰਾਤ ਰਿਹਾ। ਕੀ ਵੇਖਦਾ ਹਾਂ ਕਿ ਕੁਝ ਰਾਤ ਬੀਤੀ, ਸੰਤ ਜੀ ਮਹਾਰਾਜ ਦੇ ਤੰਬੂ ਦੇ ਉਦਾਲੇ ਇੱਕ ਸੰਦਬਧ ਘੋੜੇ ਤੇ ਸਵਾਰ ਨੂਰਾਨੀ ਚਿਹਰੇ ਵਾਲਾ ਪੁਰਸ਼ ਪਹਿਰਾ ਦੇ ਰਿਹਾ ਹੈ। ਇਹ ਚਾਰੇ ਪੰਜੇ ਤੰਬੂਆਂ ਦੇ ਦੁਆਲੇ ਪਰਿਕਰਮਾ ਕਰਦਾ ਹੈ ਅਤੇ ਕਈ ਵਾਰੀ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਉਂਦਾ ਹੈ। ਮੇਰੇ ਖਿਆਲ ਵਿੱਚ ਤਾਂ ਬਿਰਧ ਪਾਲਕ ਕਲਗੀਆਂ ਵਾਲੇ ਸਤਿਗੁਰੂ ਆਪਣੇ ਸੰਤ ਸੇਵਕ ਦੀ ਰਾਖੀ ਕਰਦੇ ਹਨ। ਤੁਸੀਂ ਸਿਆਣੇ ਸਰੀਰ ਹੋ, ਮੇਰੇ ਨਾਲ ਚੱਲੋ ਅਤੇ ਵੇਖ ਕੇ ਦੱਸੋ ਕਿ ਕੀ ਗੱਲ ਹੈ। ਸੋ ਦੂਜੇ ਦਿਨ ਭਾਈ ਨਰੈਣ ਸਿੰਘ ਜੀ ਅਤੇ ਭਾਈ ਗੋਪਾਲ ਸਿੰਘ ਦੋਵੇਂ ਬੇਲੀ ਗਏ ਅਤੇ ਦੀਵਾਨ ਦੇ ਭੋਗ ਦੇ ਮਗਰੋਂ ਸੰਤ ਜੀ ਮਹਾਰਾਜ ਦੇ ਤੰਬੂ ਤੋਂ ਦੂਰ ਜਾ ਬੈਠੇ। ਕੀ ਦੇਖਦੇ ਹਨ ਕਿ ਇੱਕ ਅਰਸ਼ੀ ਘੋੜਸਵਾਰ ਤੰਬੂ ਦੇ ਆਲੇ ਦੁਆਲੇ ਪਰਿਕਰਮਾ ਕਰਦਾ ਹੈ। ਅਸਚਰਜ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਘੋੜਾ ਤਿੰਨ ਪਾਸੇ ਧਰਤੀ 'ਤੇ ਚੱਲਦਾ ਸੀ, ਉਸੇ ਤਰ੍ਹਾਂ ਜੇਹਲਮ ਦੇ ਪਾਣੀ 'ਤੇ ਜਦੋਂ ਪਰਿਕਰਮਾ ਖਤਮ ਹੁੰਦੀ ਸੀ, ਉਦੋਂ ਅਕਾਲੀ ਰਾਖਾ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਬੁਲਾਉਂਦਾ ਸੀ। ਇੱਧਰ ਤੇ ਭਾਈ ਨਰੈਣ ਸਿੰਘ ਜੀ ਚੁੱਪ ਕਰਕੇ ਸੁਣੀ ਜਾਂਦੇ ਸਨ, ਉੱਧਰ ਭਾਈ ਗੋਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਸੁਣ ਕੇ ਨਾਲ ਹੀ ਗੁਰਬੁਰ ਅਕਾਲ ਦਾ ਨਾਰਾ ਉਠਾ ਦਿੰਦੇ ਸਨ। ਦੋਵੇਂ ਪ੍ਰੇਮੀ ਇਹ ਕੌਤਕ ਵੇਖ ਕੇ ਅਸਚਰਜ ਦੇ ਰੰਗ ਵਿੱਚ ਰੰਗੇ ਗਏ। ਦੂਜੇ ਹੀ ਦਿਨ ਸਵੇਰ ਦੇ ਦੀਵਾਨ ਦੇ ਮਗਰੋਂ ਸੰਤ ਜੀ ਇਕਾਂਤ ਵਿੱਚ ਜਾ ਬੈਠੇ। ਭਾਈ ਨਰੈਣ ਸਿੰਘ ਜੀ ਨੇ ਪੁੱਛਿਆ, ਮਹਾਰਾਜ, ਇਹ ਕੀ ਕੌਤਕ ਹੈ? ਸਾਨੂੰ ਤਾਂ ਭਾਸਦਾ ਹੈ ਕਿ ਦਸ਼ਮੇਸ਼ ਪਿਤਾ ਜੀ ਆਪ ਜੀ ਦੀ ਰਾਖੀ ਕਰਦੇ ਹਨ। ਇਹ ਗੱਲ ਸੁਣ ਕੇ ਸੰਤ ਜੀ ਨੇ ਫਰਮਾਇਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਬੜੀ ਉੱਚੀ ਹਸਤੀ ਹਨ। ਉਹਨਾਂ ਜਿਹਾ ਤਾਂ ਨਾ ਕੋਈ ਹੋਇਆ ਹੈ ਤੇ ਨਾ ਹੀ ਕੋਈ ਹੋਵੇਗਾ। ਉਹਨਾਂ ਦੀਆਂ ਸ਼ਹੀਦੀ ਫੌਜਾਂ ਤਾਂ ਜ਼ਰੂਰ ਗਰੀਬ ਦਾਸਾਂ ਦੀ ਰਾਖੀ ਕਰਦੀਆਂ ਹਨ। ਜੇ ਕਦੇ ਕਿਸੇ ਪ੍ਰੇਮੀ ਨੂੰ ਇਹ ਕੌਤਕ ਨਜ਼ਰ ਆ ਜਾਵੇ ਤਾਂ ਚੁੱਪ ਕਰਕੇ ਦੇਖਣਾ ਚਾਹੀਦਾ ਹੈ ਅਤੇ ਅੱਗੋਂ ਕੋਈ ਬਚਨ ਨਹੀਂ ਕਰਨਾ ਚਾਹੀਦਾ। ਜੇਹਲਮ ਤੋਂ ਸੰਤ ਜੀ ਮਹਾਰਾਜ ਗੁੱਜਰ ਖਾਨ ਆਏ। ਉੱਥੇ ਸਾਧ ਸੰਗਤ ਦੇ ਦੋਵੇਂ ਵੇਲੇ ਦੀਵਾਨ ਸਜਦੇ ਰਹੇ। ਅਨੇਕਾਂ ਮਾਈ ਭਾਈ ਨੇ ਅੰਮ੍ਰਿਤ ਛਕਿਆ। ਇਸ ਸਮੇਂ ਗੁਰਸਾਗਰ ਸਾਹਿਬ ਮਸਤੂਆਣੇ ਦੇ ਫਰਸ਼ ਤੇ ਪੱਥਰ ਦੀ ਲੋੜ ਸੀ। ਗੁੱਜਰ ਖਾਨ ਤੋਂ ਸੰਤ ਜੀ ਮਹਾਰਾਜ ਨੇ ਤਰਕੀ ਵੱਲ ਜਾਣ ਦੀ ਤਿਆਰੀ ਕੀਤੀ। ਮੀਸਾ ਕਸਵਾਨ ਤੱਕ ਪੈਦਲ ਆਏ। ਸੰਤ ਜੀ ਮਹਾਰਾਜ ਨੇ ਭਾਈ ਕਲਿਆਣ ਸਿੰਘ ਨੂੰ ਫਰਮਾਇਆ, ਸਾਡਾ ਸੰਕਲਪ ਹੈ ਕਿ ਜਿਹੜੀ ਭੇਟਾ ਸਾਧ ਸੰਗਤ ਗੁੱਜਰ ਖਾਨ ਨੇ ਕੀਤੀ ਹੈ, ਉਸ ਨਾਲ ਤਰਕੀ ਤੋਂ ਇੱਕ ਪੱਥਰ ਦੀ ਗੱਡੀ ਮਸਤੂਆਣੇ ਭੇਜੀ ਜਾਏ। ਸਾਡੇ ਖਿਆਲ ਵਿੱਚ ਪੱਥਰ ਦੀ ਗੱਡੀ ਤੇ 700 ਰੁਪਇਆ ਲੱਗੇਗਾ। ਤੁਸੀਂ ਦੇਖੋ ਕਿ ਤੁਹਾਡੇ ਪਾਸ ਕਿੰਨੀ ਕੁ ਮਾਇਆ ਜਮ੍ਹਾਂ ਹੈ। ਗਿਣਤੀ ਕਰਨ ਪਰ 672 ਰੁਪਏ ਨਿਕਲੇ 682 ਰੁਪਏ ਨਿਕਲੇ। ਘੱਟ ਦੇ ਦਮੜੇ ਪੂਰੇ ਕਰਨ ਵਾਸਤੇ ਸੰਤ ਜੀ ਨੇ ਫਰਮਾਇਆ ਕਿ ਜਥੇ ਦੇ ਜਿਸ ਸਰੀਰ ਪਾਸ ਜੋ ਕੁਝ ਗੁਪਤ ਮਾਇਆ ਹੈ ਉਹ ਹਾਜ਼ਰ ਕਰ ਦੇਵੋ। ਸਭ ਨੇ ਜੋ ਕੁਝ ਥੋੜ੍ਹਾ ਬਹੁਤ ਕੋਲ ਸੀ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਕਰ ਦਿੱਤਾ। ਪਰ ਦੋ ਰਾਗੀ ਸਿੰਘ ਵਾਜੇ ਬੰਨੀ ਚੁੱਪ ਬੈਠੇ ਰਹੇ। ਸੰਤ ਜੀ ਮਹਾਰਾਜ ਨੇ ਭਾਈ ਕਲਿਆਣ ਸਿੰਘ ਹੋਰਾਂ ਨੂੰ ਹੁਕਮ ਕੀਤਾ ਕਿ ਭਾਈ ਇਹਨਾਂ ਦੋਹਾਂ ਦੇ ਵਾਜੇ ਖੋਲ੍ਹੋ ਤੇ ਉਤਲੀਆਂ ਫੱਟੀਆਂ ਪੁੱਟ ਕੇ ਦੇਖੋ। ਅਜੇ 700 ਵਿੱਚੋਂ 7 ਦਮੜੇ ਥੁੜਦੇ ਹਨ। ਜਦੋਂ ਹੁਕਮ ਦੀ ਤਾਮੀਲ ਕੀਤੀ ਗਈ ਤਾਂ ਪੂਰੇ 7 ਦਮੜੇ ਵਾਜਿਆਂ ਵਿੱਚੋਂ ਨਿਕਲੇ। ਰਾਗੀ ਸਿੰਘਾਂ ਦੀ ਇੱਕ ਕਰਤੂਤ ਦੇਖ ਕੇ ਸੰਤ ਜੀ ਮਹਾਰਾਜ ਬੜੇ ਗੁੱਸੇ ਵਿੱਚ ਆਏ ਤੇ ਹੁਕਮ ਦਿੱਤਾ ਕਿ ਤੁਸੀਂ ਚਲੇ ਜਾਓ। ਚੋਰਾਂ ਅਤੇ ਸੰਤਾਂ ਦਾ ਕੋਈ ਮੇਲ ਨਹੀਂ ਹੈ। ਰਾਗੀ ਸਿੰਘ ਹੱਥ ਜੋੜ ਕੇ ਖੜੇ ਹੋ ਗਏ ਅਤੇ ਗਲ ਵਿੱਚ ਪੱਲਾ ਪਾ ਕੇ ਲੱਗੇ ਬੇਨਤੀਆਂ ਕਰਨ। ਸਾਰੀ ਸੰਗਤ ਦੇ ਸਿਫਾਰਿਸ਼ ਕਰਨ ਤੇ ਸੰਤ ਜੀ ਮਹਾਰਾਜ ਨੇ ਬਖਸ਼ ਦਿੱਤਾ ਤੇ ਜਥੇ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ। ਤਰਕੀ ਤੋਂ ਭਾਈ ਹੁਕਮ ਸਿੰਘ ਜੀ, ਜਿਹੜੇ ਗੁਜਰਾਂਵਾਲ ਤੋਂ ਗੁੱਜਰ ਖਾਨ ਤੋਂ ਨਾਲ ਹੀ ਆਏ ਸਨ, ਸੰਤ ਜੀ ਮਹਾਰਾਜ ਨੂੰ ਬਿਸ਼ਨਦੌਰ ਲੈ ਗਏ। ਇੱਥੇ ਇੱਕ ਦਿਨ ਭਾਈ ਸਾਹਿਬ ਨੇ ਪ੍ਰਸ਼ਾਦ ਲਈ ਅਰਜ਼ ਕੀਤੀ। ਸਿਆਲ ਦੇ ਦਿਨ ਸਨ। ਇਹਨਾਂ ਦੇ ਚਿੱਤ ਵਿੱਚ ਖਿਆਲ ਆਇਆ ਕਿ ਸਾਧ ਸੰਗਤ ਨੂੰ ਗਰਮ ਗਰਮ ਪ੍ਰਸ਼ਾਦੇ ਛਕਾਏ ਜਾਣ। ਇਸ ਲਈ ਦਾਲ ਭਾਜੀ ਤਿਆਰ ਕਰ ਸਾਧ ਸੰਗਤ ਨੂੰ ਸੱਦ ਲਿਆਂਦਾ। 13 ਸਰੀਰ ਸੰਤ ਜੀ ਮਹਾਰਾਜ ਦੇ ਨਾਲ ਸਨ। ਪਕਾਉਣ ਵਾਲੀਆਂ ਬੀਬੀਆਂ ਨੇ ਆਪਣੇ ਵੱਲੋਂ ਤੇ ਬੜੀ ਛੇਤੀ ਕੀਤੀ, ਪਰ ਸੰਗਤ ਦੀਆਂ ਥਾਲੀਆਂ ਖਾਲੀ ਹੋ ਗਈਆਂ। ਭਾਈ ਹੁਕਮ ਸਿੰਘ ਜੀ ਦੇ ਚਿੱਤ ਵਿੱਚ ਭਰਮ ਹੋਇਆ ਕਿ ਅੱਜ ਇੱਜ਼ਤ ਰਹਿੰਦੀ ਨਜ਼ਰ ਨਹੀਂ ਆਉਂਦੀ। ਹੱਥਾਂ ਪੈਰਾਂ ਦੀ ਪੈ ਗਈ ਅਤੇ ਗਵਾਂਢੀ ਦੇ ਘਰੋਂ ਪ੍ਰਸ਼ਾਦੇ ਮੰਗਣ ਦਾ ਸੰਕਲਪ ਕੀਤਾ। ਉਸੇ ਵਕਤ ਸੰਤ ਜੀ ਮਹਾਰਾਜ ਨੇ ਆਵਾਜ਼ ਦਿੱਤੀ, ਭਾਈ ਪ੍ਰਸ਼ਾਦੇ ਲੈ ਆਵੋ। ਹੁਕਮ ਮੰਨ ਕੇ ਭਾਈ ਹੁਕਮ ਸਿੰਘ ਜੀ ਨੇ ਫਿਰ ਸ਼ਕੋਰ ਦਾ ਢੱਕਣ ਜਾ ਚੁੱਕਿਆ, ਜਿਸ ਨੂੰ ਕਿ ਉਹ ਮਿੰਟ ਪਹਿਲੇ ਖਾਲੀ ਦੇਖ ਚੁੱਕਿਆ ਸੀ। ਕੀ ਦੇਖਦੇ ਹਨ ਕਿ ਗਰਮਾ ਗਰਮ ਪ੍ਰਸ਼ਾਦੇ ਵਿੱਚ ਪਏ ਹਨ।
ਭਾਈ ਸਾਹਿਬ ਜੀ ਨੇ ਲਿਆ ਕੇ ਵਰਤਾ ਦਿੱਤੇ। ਇਹਨਾਂ ਦੀ ਮਾਤਾ ਵੀ ਅਚਰਜ ਹੋ ਗਈ ਅਤੇ ਆ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਢਹਿ ਪਈ। ਸੰਤ ਜੀ ਮੁਸਕਰਾਏ ਤੇ ਆਖਿਆ ਕਿ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂਆਂ ਨੂੰ ਕਿਸੇ ਗੱਲ ਦਾ ਘਾਟਾ ਨਹੀਂ। ਬਿਸ਼ਨੌਰ ਤੋਂ ਸੰਤ ਜੀ ਮਹਾਰਾਜ ਰਾਵਲਪਿੰਡੀ ਆਏ। ਇੱਥੇ ਹਰ ਰੋਜ਼ ਮਲਕ ਮੋਹਨ ਸਿੰਘ ਜੀ ਦੇ ਗੁਰਦੁਆਰੇ ਦੀਵਾਨ ਲੱਗਦੇ ਅਤੇ ਸੰਗਤਾਂ ਨਿਹਾਲ ਹੁੰਦੀਆਂ। ਇਹਨਾਂ ਦਿਨਾਂ ਵਿੱਚ ਜਮਾਦਾਰ ਗੁਰਦਿੱਤ ਸਿੰਘ ਧਮਾਲੀ ਵਾਲੇ ਰਸਾਲਪੁਰ ਤੋਂ ਛੁੱਟੀ ਲੈ ਕੇ ਆਏ ਹੋਏ ਸਨ। ਉਹਨਾਂ ਨੂੰ ਪਤਾ ਲੱਗਾ ਕਿ ਸੰਤ ਜੀ ਮਹਾਰਾਜ ਪਿੰਡੀ ਹਨ। ਹਿਰਦੇ ਵਿੱਚ ਦਰਸ਼ਨ ਦੀ ਤੀਬਰ ਖਿੱਚ ਪੈਦਾ ਹੋ ਗਈ ਅਤੇ ਪਿੰਡੀ ਪਹੁੰਚੇ। ਦੂਜੇ ਦਿਨ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਸਮੇਂ ਮਲਕ ਮੋਹਨ ਸਿੰਘ ਜੀ ਧਰਮਸ਼ਾਲਾ ਗਏ। ਕੀ ਦੇਖਦੇ ਹਨ ਕਿ ਸਾਰਾ ਗੁਰਦੁਆਰਾ ਮਾਈ ਭਾਈ ਨਾਲ ਭਰਿਆ ਹੋਇਆ ਹੈ। ਜਮਾਦਾਰ ਜੀ ਮੱਥਾ ਟੇਕ ਕੇ ਪਿੱਛੇ ਹੀ ਬੈਠ ਗਏ, ਪਰ ਦਿਲ ਵਿੱਚ ਬੜੀ ਖਿੱਚ ਸੀ ਕਿ ਸੰਤ ਜੀ ਮਹਾਰਾਜ ਦੇ ਚਰਨ ਪਰਸ ਕੇ ਚਰਨ ਧੂੜ ਦੀ ਛੋਹ ਪ੍ਰਾਪਤ ਕਰੀਏ। ਉਸੇ ਵੇਲੇ ਸੰਤ ਜੀ ਮਹਾਰਾਜ ਨੇ ਭਾਈ ਕਲਿਆਣ ਸਿੰਘ ਨੂੰ ਜਮਾਦਾਰ ਗੁਰਦਿੱਤ ਸਿੰਘ ਪਾਸ ਭੇਜਿਆ ਅਤੇ ਆਪਣੇ ਪਾਸ ਬੁਲਾਇਆ। ਜਮਾਦਾਰ ਜੀ ਮੱਥਾ ਟੇਕ ਬੈਠ ਗਏ। ਦਿਲ ਵਿੱਚ ਇੱਕ ਹੋਰ ਉਮੰਗ ਉੱਠੀ ਕਿ ਇੱਕ ਸ਼ਬਦ ਪੜ੍ਹਨ ਦੀ ਆਗਿਆ ਮਿਲੇ। ਜਿਸ ਵੇਲੇ ਸਲੋਕ ਦਾ ਭੋਗ ਪਿਆ ਤਾਂ ਸੰਤ ਜੀ ਮਹਾਰਾਜ ਨੇ ਜਮਾਦਾਰ ਦੇ ਦਿਲ ਦੀ ਬੁੱਝ ਕੇ ਰਾਗੀ ਸਿੰਘਾਂ ਨੂੰ ਆਖਿਆ ਕਿ ਭਾਈ ਜਰਾ ਕੁ ਠਹਿਰ ਜਾਓ। ਫਿਰ ਭਾਈ ਗੁਰਦਿੱਤ ਸਿੰਘ ਜਮਾਦਾਰ ਵੱਲ ਨਿਗਾਹ ਕਰਕੇ ਆਖਿਆ ਕਿ ਭਾਈ ਛੇਤੀ ਕਰ, ਹੁਣ ਦੇਰੀ ਕਿਉਂ ਲਾਨਾ ਏ। ਹੁਕਮ ਹੋਣ ਦੀ ਦੇਰ ਸੀ ਕਿ ਜਮਾਦਾਰ ਨੇ ਬੜੀ ਉੱਚੀ ਸੁਰ ਤੇ ਪੂਰੇ ਜ਼ੋਰ ਨਾਲ ਸ਼ਬਦ ਪੜ੍ਹਿਆ, ਸਾਰੀ ਤਾਕਤ ਲਾ ਦਿੱਤੀ। ਮਨ ਵਿੱਚ ਡਰੇ ਕਿ ਕਿਧਰੇ ਸੰਤ ਜੀ ਦੂਜਾ ਸ਼ਬਦ ਨਾ ਪੜ੍ਹਨ ਲਈ ਕਹਿ ਦੇਣ। ਸ਼ਬਦ ਦਾ ਭੋਗ ਪੈਂਦਿਆਂ ਹੀ ਸੰਤ ਜੀ ਮਹਾਰਾਜ ਨੇ ਰਾਗੀ ਸਿੰਘਾਂ ਨੂੰ ਹੁਕਮ ਦਿੱਤਾ ਕਿ ਭਾਈ ਅਗਲਾ ਛੱਕਾ ਸ਼ੁਰੂ ਕਰੋ। ਰਾਗੀ ਸਿੰਘਾਂ ਨੇ ਕੀਰਤਨ ਆਰੰਭ ਦਿੱਤਾ ਅਤੇ ਜਮਾਦਾਰ ਸਾਹਿਬ ਹੋਰੀ ਆਪਣੀ ਜਗ੍ਹਾ ਬੈਠ ਗਏ। ਦੀਵਾਨ ਦੇ ਮਗਰੋਂ ਭੋਗ ਮਗਰੋਂ ਸਾਰੀ ਸੰਗਤ ਆਪਣੇ ਆਪਣੇ ਕਾਰ ਵਿਹਾਰ ਵਿੱਚ ਜਾ ਲੱਗੀ ਅਤੇ ਸੰਤ ਜੀ ਮਹਾਰਾਜ ਸ਼ਹਿਰ ਤੋਂ ਬਾਹਰ ਖੁੱਲ੍ਹੇ ਥਾਂ ਵਿੱਚ ਚਲੇ ਗਏ। ਉੱਥੇ ਥੋੜ੍ਹਾ ਚਿਰ ਇਕਾਂਤ ਵਿੱਚ ਬੈਠ ਪ੍ਰੇਮੀ ਦੇ ਘਰ ਪ੍ਰਸ਼ਾਦ ਛਕਣ ਆਏ ਤੇ ਫਿਰ ਆਪਣੇ ਆਸਣ 'ਤੇ ਆਰਾਮ ਕਰਨ ਲਈ ਪਹੁੰਚੇ। ਜਮਾਦਾਰ ਗੁਰਦਿੱਤ ਸਿੰਘ ਨੇ ਆਪਣੇ ਹਿਰਦੇ ਵਿੱਚ ਇਹ ਆਸ਼ਾ ਧਾਰ ਕੇ ਗਏ ਕਿ ਮੈਂ ਸੰਤ ਜੀ ਮਹਾਰਾਜ ਅੱਗੇ ਉਹਨਾਂ ਦੀ ਤਸਵੀਰ ਖਿਚਾਉਣ ਦੀ ਅਰਜ਼ ਕਰਾਂਗਾ। ਦਰਸ਼ਨ ਲਈ ਕੁਝ ਮਾਈ ਭਾਈ ਇਸ ਸਮੇਂ ਆਏ। ਇਹਨਾਂ ਵਿੱਚ ਇੱਕ ਫੋਟੋਗ੍ਰਾਫਰ ਵੀ ਸੀ। ਉਸਨੇ ਸੰਤ ਜੀ ਮਹਾਰਾਜ ਜੀ ਦੀ ਤਸਵੀਰ ਜੋ ਤਿਆਰ ਕਰਕੇ ਲਿਆਇਆ ਸੀ, ਸੰਤ ਜੀ ਮਹਾਰਾਜ ਦੇ ਅੱਗੇ ਰੱਖ ਦਿੱਤੀ। ਉਸ ਵੇਲੇ ਸੰਤ ਜੀ ਮਹਾਰਾਜ ਨੇ ਇਹ ਤਸਵੀਰ ਜਮਾਦਾਰ ਗੁਰਦਿੱਤ ਸਿੰਘ ਨੂੰ ਦੇ ਦਿੱਤੀ, ਜਿਹੜੀ ਕਿ ਹੁਣ ਤੀਕਰ ਉਹਨਾਂ ਦੇ ਪਾਸ ਥਮਾਲੀ ਮੌਜੂਦ ਹੈ। ਇਹਨਾਂ ਦਿਨਾਂ ਵਿੱਚ ਭਾਈ ਮਿਹਰ ਸਿੰਘ ਜੀ, ਜਿਹੜੇ ਕਿ ਫੌਜੀ ਹਿਸਾਬ ਦੇ ਦਫ਼ਤਰ ਵਿੱਚ ਉੱਚੇ ਅਹੁਦੇ 'ਤੇ ਨੌਕਰ ਸਨ, ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਏ। ਇਹਨਾਂ ਨੇ ਅਤੁੱਟ ਸੇਵਾ ਕੀਤੀ ਤੇ ਨਾਮ ਦੀ ਦਾਤ ਪ੍ਰਾਪਤ ਕੀਤੀ। ਕੁਝ ਚਿਰ ਅਭਿਆਸ ਕਰਨ ਮਗਰੋਂ ਇਹਨਾਂ ਨੂੰ ਕੋਈ ਅਚਰਜ ਨਜ਼ਾਰੇ ਦਿਖਣ ਲੱਗ ਪਏ, ਪਰ ਇਹ ਜਰ ਨਾ ਸਕੇ। ਭਾਈ ਕਲਿਆਣ ਸਿੰਘ ਅੱਗੇ ਜ਼ਿਕਰ ਕਰ ਦਿੱਤਾ। ਚਿੱਤ ਵਿੱਚ ਸੂਖਸ਼ਮ ਮਾਨ ਆ ਗਿਆ ਅਤੇ ਅਭਿਆਸ ਦੀ ਤਾਰ ਟੁੱਟ ਗਈ। ਹੋਰ ਅਨੇਕਾਂ ਪ੍ਰੇਮੀਆਂ ਨੇ, ਜਿਨ੍ਹਾਂ ਵਿੱਚ ਸਰਦਾਰ ਸੁਜਾਨ ਸਿੰਘ ਫੌਜੀ ਹਿਸਾਬ ਦਫ਼ਤਰ, ਸਰਦਾਰ ਰੋਚਾ ਸਿੰਘ, ਭਾਈ ਗੁਲਾਬ ਸਿੰਘ ਅਤੇ ਹੋਰ ਕਈ ਸੱਜਣ ਸਨ, ਨਾਮ ਅਭਿਆਸ ਦੀ ਜੁਗਤ ਪ੍ਰਾਪਤ ਕੀਤੀ। ਹਜ਼ਾਰਾਂ ਮਾਈ ਭਾਈ ਗੁਰੂ ਕਲਗੀਆਂ ਵਾਲੇ ਦੇ ਅੰਮ੍ਰਿਤ ਦੇ ਜਹਾਜ਼ 'ਤੇ ਚੜ੍ਹੇ। ਰਾਵਲਪਿੰਡੀ ਤੋਂ ਕੋਹਾਟ ਦੇ ਪ੍ਰੇਮੀ ਸੰਤ ਜੀ ਮਹਾਰਾਜ ਨੂੰ ਆਪਣੇ ਸ਼ਹਿਰ ਲੈ ਗਏ। ਇੱਥੇ ਸ਼ਹਿਰ ਵਿੱਚ ਤੇ ਬਾਹਰ ਭਾਈ ਛੱਜੂ ਦੇ ਕੋਠੇ ਬੜੇ ਭਾਰੀ ਦੀਵਾਨ ਸਜਦੇ ਰਹੇ। ਸੈਂਕੜੇ ਮਾਈ ਭਾਈ ਨੇ ਨਾਮ ਬਾਣੀ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਫਿਰ ਭਾਈ ਉੱਤਮ ਸਿੰਘ ਜੀ ਅਤੇ ਚੌਧਰੀ ਮੋਹਨ ਲਾਲ ਜੀ ਸੰਤ ਜੀ ਮਹਾਰਾਜ ਨੂੰ ਬੰਨੂ ਲੈ ਆਏ। ਭਾਈ ਰੂਪਚੰਦ ਦੇ ਗੁਰਦੁਆਰੇ ਵਿੱਚ ਡੇਰਾ ਕੀਤਾ ਅਤੇ 10 ਦਿਨ ਅੰਮ੍ਰਿਤ ਭਿੰਨੀ ਕੀਰਤਨ ਦੀ ਵਰਖਾ ਕੀਤੀ। ਅੰਮ੍ਰਿਤ ਪ੍ਰਚਾਰ ਬਹੁਤ ਹੋਇਆ। ਸਰਦਾਰ ਲਹਿਣਾ ਸਿੰਘ, ਸਰਦਾਰ ਹੋਤੂ ਸਿੰਘ ਨੇ ਖੂਬ ਸੇਵਾ ਕੀਤੀ। ਗੁਰਸਾਗਰ ਸਾਹਿਬ ਮਸਤੂਆਣੇ ਵਾਸਤੇ ਸਾਧ ਸੰਗਤ ਜੀ ਨੇ 2500 ਦਮੜੇ ਦੀ ਭੇਟਾ ਕੀਤੀ। ਇਸ ਸਮੇਂ ਭਾਈ ਕਲਿਆਣ ਸਿੰਘ ਜੀ ਅਤੇ ਸੰਤ ਤੇਜਾ ਸਿੰਘ ਜੀ ਹੈੱਡ ਗ੍ਰੰਥੀ ਨਨਕਾਣਾ ਸਾਹਿਬ ਸੰਤ ਜੀ ਮਹਾਰਾਜ ਦੇ ਨਾਲ ਸਨ। ਇੱਕ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਮਗਰੋਂ ਸੰਤ ਜੀ ਮਹਾਰਾਜ ਡੇਰੇ ਵੱਲ ਜਾ ਰਹੇ ਸਨ। ਬਾਜ਼ਾਰ ਵਿੱਚ ਇੱਕ ਪਠਾਨ ਢੋਲ ਵਜਾ ਰਿਹਾ ਸੀ। ਸੰਤ ਜੀ ਮਹਾਰਾਜ ਇਸ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਫਰਮਾਇਆ, ਭਾਈ ਇਹ ਢੋਲ ਤਾਂ ਬੜਾ ਸੋਹਣਾ ਵੱਜਦਾ ਹੈ। ਗੁਰੂ ਸਾਗਰ ਸਾਹਿਬ ਮਸਤੂਆਣੇ ਸੇਵਾ ਦੇ ਹੱਲੇ ਵਿੱਚ ਸੰਗਤਾਂ ਨੂੰ ਬੜਾ ਉਤਸ਼ਾਹ ਦੇਵੇਗਾ। ਇਸ ਨੂੰ ਮੁੱਲ ਲੈ ਲਵੋ ਅਤੇ ਉੱਥੇ ਭੇਜ ਦੇਵੋ। ਹੁਕਮ ਹੋਣ 'ਤੇ ਪ੍ਰੇਮੀਆਂ ਨੇ 10 ਰੁਪਇਆਂ ਦਾ ਢੋਲ ਖਰੀਦ ਲਿਆ। ਇਸ ਨੂੰ ਸੰਤ ਜੀ ਮਹਾਰਾਜ ਮਸਤੂਆਣੇ ਨਾਲ ਲੈ ਗਏ।
ਜਦ ਸੰਤ ਜੀ ਮਹਾਰਾਜ ਗੱਡੀ ਵਿੱਚ ਬੰਨੂ ਵੱਲ ਆ ਰਹੇ ਸੀ ਤਾਂ ਕੁਦਰਤੀ ਉਸ ਗੱਡੀ ਵਿੱਚ ਰਾਏ ਬਹਾਦਰ ਲਾਲਾ ਚਮਨ ਨਾਲ ਲਾਲ ਐਡਵੋਕੇਟ ਵੀ ਬੈਠਾ ਸੀ। ਇਸ ਨੂੰ ਦਰਸ਼ਨ ਦੀ ਖਿੱਚ ਪਈ ਅਤੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਮੱਥਾ ਟੇਕਿਆ। ਅਰਜ਼ ਕੀਤੀ ਕਿ ਮਹਾਰਾਜ ਜੀ ਰੱਖਿਆ ਲਿਖ ਦਿਓ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਨਾਮ ਜਪੋ, ਰੱਖਿਆ ਹੋ ਜਾਵੇਗੀ। ਫਿਰ ਰਾਏ ਬਹਾਦਰ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰੂ ਮੰਤਰ ਦੀ ਦਾਤ ਬਖਸ਼ੋ। ਸੰਤ ਜੀ ਮਹਾਰਾਜ ਨੇ ਹੁਕਮ ਕੀਤਾ, ਭਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਗੁਰੂ ਮੰਤਰ ਲੱਭ ਪਵੇਗਾ। ਰਾਏ ਬਹਾਦਰ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਗੁਰਮੁਖੀ ਨਹੀਂ ਪੜ੍ਹਿਆ ਹੋਇਆ, ਦਾਸ ਨੂੰ ਤੁਸੀਂ ਹੀ ਪੜ੍ਹਾਓਗੇ। ਉਸ ਵੇਲੇ ਲਾਲਾ ਹਰਨਾਮ ਦਾਸ ਜੋ ਕੋਲੇ ਹੀ ਬੈਠਾ ਹੋਇਆ ਸੀ ਬੋਲ ਉੱਠਿਆ, ਸੱਚੇ ਪਾਤਸ਼ਾਹ ਮੈਂ ਪੜ੍ਹਾਵਾਂਗਾ। ਮਹਾਰਾਜ ਨੇ ਆਖਿਆ, ਅੱਛਾ ਭਾਈ। ਰਾਏ ਬਹਾਦਰ 2-3 ਮਹੀਨਿਆਂ ਵਿੱਚ ਗੁਰਮੁਖੀ ਪੜ੍ਹ ਗਿਆ ਤੇ ਸਾਰਾ ਪਰਿਵਾਰ ਇਸ ਦੇ ਮਗਰ ਲੱਗ ਤੁਰਿਆ। ਹੁਣ ਸਾਰੇ ਜਪਜੀ ਸਾਹਿਬ ਦੇ ਨਿਤਨੇਮੀ ਹਨ। ਇਸ ਸਮੇਂ ਦੌਰਾਨ ਸੰਤ ਜੀ ਮਹਾਰਾਜ ਖੈਰਾਬਾਦ, ਜਿਹੜਾ ਦਰਿਆ ਅਟਕ ਦੇ ਕਿਨਾਰੇ ਵਸਿਆ ਹੈ, ਵਿਖੇ ਪਹੁੰਚੇ। ਇਸ ਕਸਬੇ ਵਿੱਚ ਮੁਸਲਮਾਨਾਂ ਦੀ ਵਸੋਂ ਜ਼ਿਆਦਾ ਸੀ। ਸਵੇਰੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਜਦੋਂ 5 ਸਲੋਕ ਪੂਰੇ ਹੋਏ ਤਾਂ ਕੀਰਤਨੀ ਜਥੇ ਦੇ ਦੁਆਲੇ ਇਕੱਠੇ ਹੋ ਕੇ ਮੁਸਲਮਾਨ ਰੌਲਾ ਪਾਉਣ ਲੱਗ ਪਏ। ਰਾਗੀ ਸਿੰਘ ਕੁਝ ਘਬਰਾ ਗਏ, ਪਰ ਸੰਤ ਜੀ ਮਹਾਰਾਜ ਨੇ ਰਾਗੀ ਸਿੰਘਾਂ ਨੂੰ ਕੀਰਤਨ ਚਾਲੂ ਰੱਖਣ ਲਈ ਇਸ਼ਾਰਾ ਕੀਤਾ। ਉਸ ਸਮੇਂ ਇੱਕ ਅਜਬ ਕੌਤਕ ਵਰਤਿਆ। ਦਰਿਆ ਅਟਕ ਦੇ ਕਿਨਾਰੇ 50 ਕਿਸ਼ਤੀਆਂ ਬੰਨੀਆਂ ਹੋਈਆਂ ਸਨ। ਉਸ ਸਮੇਂ ਸ਼ਹੀਦ ਸਿੰਘ, ਜਿਹੜੇ ਤਿਆਰ ਬਰ ਤਿਆਰ ਸਨ, ਕਿਸ਼ਤੀਆਂ ਵਿੱਚ ਸਵਾਰ ਹੋ ਕੇ ਦਰਿਆ ਦੀ ਸੈਰ ਕਰਨ ਲੱਗੇ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਏ। ਪਿੰਡ ਦੇ ਜੈਲਦਾਰ ਨੇ ਇਹ ਕੌਤਕ ਅੱਖੀਂ ਵੇਖਿਆ ਤੇ ਆਪਣੇ ਮੁਸਲਮਾਨ ਭਰਾਵਾਂ ਨੂੰ ਆ ਕੇ ਦੱਸਿਆ। ਮੁਸਲਮਾਨ ਸ਼ਹੀਦ ਫੌਜਾਂ ਦੇ ਦਰਸ਼ਨ ਕਰਕੇ ਡਰ ਗਏ ਅਤੇ ਰੌਲਾ ਪਾਉਣਾ ਬੰਦ ਕਰ ਦਿੱਤਾ। ਆਸਾ ਦੀ ਵਾਰ ਦੀ ਸਮਾਪਤੀ ਉਪਰੰਤ ਅਰਦਾਸ ਪਿੱਛੋਂ ਸੰਤ ਜੀ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਜੈਲਦਾਰ ਨੇ ਸਮੇਤ ਸਾਰੇ ਮੁਸਲਮਾਨਾਂ ਦੇ ਮੁਆਫੀ ਮੰਗੀ ਅਤੇ ਸ਼ਹੀਦ ਫੌਜਾਂ ਦੇ ਕੌਤਕ ਬਾਰੇ ਪੁੱਛਣ ਲੱਗੇ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਸਾਡੇ ਨਾਲ ਤਾਂ ਕੇਵਲ ਰਾਗੀ ਸਿੰਘ ਹੀ ਹਨ, ਤੁਸੀਂ ਹਿੰਦੂ ਮੁਸਲਮਾਨ ਰਲ ਕੇ ਰਹੋ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਜੈਲਦਾਰ ਨੇ ਕਿਹਾ, ਸਤ ਬਚਨ ਮਹਾਰਾਜ। ਤਾਂ ਸੰਤ ਜੀ ਨੇ ਖੁਸ਼ ਹੋ ਕੇ ਨਿਸ਼ਾਨੀ ਵਜੋਂ ਜੈਲਦਾਰ ਨੂੰ ਇੱਕ ਚਾਦਰ ਦਿੱਤੀ, ਜਿਹੜੀ ਉਸ ਨੇ ਨਮਸਕਾਰ ਕਰਕੇ ਲੈ ਲਈ। ਇਸ ਪਿੱਛੋਂ ਜਿੰਨੇ ਦਿਨ ਸੰਤ ਜੀ ਖੈਰਾਬਾਦ ਰਹੇ, ਹਿੰਦ ਮੁਸਲਮਾਨ ਇਕੱਠੇ ਦੀਵਾਨ ਸੁਣਦੇ ਤੇ ਸੇਵਾ ਕਰਦੇ ਅਤੇ ਇੱਕ ਪੰਗਤ ਵਿੱਚ ਬੈਠ ਕੇ ਹੀ ਲੰਗਰ ਛਕਦੇ ਰਹੇ। ਸੰਤ ਜੀ ਮਹਾਰਾਜ ਭਾਵੇਂ ਸਰੀਰ ਕਰਕੇ ਦੌਰੇ ਵਿੱਚ ਰਹਿੰਦੇ ਅਤੇ ਅਨੇਕਾਂ ਸੰਗਤਾਂ ਨੂੰ ਅੰਮ੍ਰਿਤ ਨਾਮ ਬਾਣੀ ਦੀ ਦਾਤ ਬਖਸ਼ ਕੇ ਨਿਹਾਲ ਕਰਦੇ, ਪਰ ਇਹਨਾਂ ਦੀ ਤਾਰ ਗੁਰਸਾਗਰ ਸਾਹਿਬ ਦੀ ਸੇਵਾ ਵਿੱਚ ਜੁੜੀ ਰਹਿੰਦੀ। ਇੱਧਰ ਸੰਤ ਜੀ ਸੇਵਾਦਾਰ ਸੰਗਤ ਨੂੰ ਯਾਦ ਰੱਖਦੇ ਅਤੇ ਉੱਧਰ ਸੰਗਤ ਆਪਣੀ ਪ੍ਰੇਮ ਦੀ ਖਿੱਚ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖਦੇ। ਇਹ ਖਿੱਚ ਬਹੁਤ ਵੱਧ ਗਈ ਤੇ ਸੰਤ ਜੀ ਸੇਵਾ ਦੇ ਕੇਂਦਰ ਗੁਰਸਾਗਰ ਸਾਹਿਬ ਮਸਤੂਆਣੇ ਵੱਲ ਮੁੜ ਆਏ। ਇੱਥੇ ਆ ਕੇ ਕੁਝ ਚਿਰ ਟਿਕ ਕੇ ਸਥਾਨ ਦੀ ਸੇਵਾ ਕਰਵਾਈ। ਇਹਨਾਂ ਦਿਨਾਂ ਵਿੱਚ ਭਾਈ ਸੁੱਧ ਸਿੰਘ ਜੀ ਪੰਥ ਦੇ ਪ੍ਰਸਿੱਧ ਰਾਗੀ ਸੰਤ ਜੀ ਮਹਾਰਾਜ ਨੂੰ ਫਰੂਕੇ ਦੀਵਾਨ ਲਈ ਲੈਣ ਵਾਸਤੇ ਆਏ, ਪਰ ਸੰਤ ਜੀ ਮਹਾਰਾਜ ਸੇਵਾ ਛੱਡ ਕੇ ਨਾ ਜਾ ਸਕੇ। ਇਸ ਸਮੇਂ ਦਾ ਨਜ਼ਾਰਾ ਭਾਈ ਸੁੱਧ ਸਿੰਘ ਜੀ ਦੀ ਜ਼ਬਾਨੀ ਇੱਦਾਂ ਹੈ। ਫਰੂਕੇ ਭਾਈ ਹੀਰਾ ਸਿੰਘ ਜੀ ਗੁਰੂ ਪੰਥ ਦੇ ਅਦੁੱਤੀ ਢਾਡੀ ਨੇ ਦੀਵਾਨ ਸਮਾਗਮ ਰੱਖਿਆ ਅਤੇ ਦਾਸ ਨੂੰ ਸੰਤਾਂ ਦੇ ਚਰਨਾਂ ਵਿੱਚ ਭੇਜਿਆ ਕਿ ਬਿਨੈ ਕਰਕੇ ਸੰਤਾਂ ਨੂੰ ਨਾਲ ਲੈ ਕੇ ਆਓ ਤਾਂ ਕਿ ਦੀਵਾਨ ਸਮਾਗਮ ਦੀ ਪੂਰਨ ਸਫਲਤਾ ਹੋ ਜਾਵੇ। ਮੈਂ ਸੰਗਰੂਰ ਸਟੇਸ਼ਨ ਤੋਂ ਉਤਰ ਕੇ ਗੁਰਦੁਆਰੇ ਸਾਹਿਬ ਪਹੁੰਚਿਆ। ਉਸ ਵੇਲੇ ਦਾ ਦਰਸ਼ਨ ਇੱਕ ਗੁਰੂ ਖਾਲਸੇ ਦੀ ਅਚਰਜ ਝਾਕੀ ਸੀ। ਮਸਤੂਆਣੇ ਪਿੰਡਾਂ ਤੋਂ ਦੂਰ ਬੜੀ ਇਕਾਂਤ ਵਿੱਚ ਸੀ। ਇਸ ਦੇ ਨਾਲ ਹੀ ਪੁਰਾਣਾ ਜੰਗਲ ਅਤੇ ਬੀੜ ਸੀ। ਇਹਨਾਂ ਝੰਗੀਆਂ ਨੂੰ ਦੇਖ ਕੇ ਉਹ ਪੁਰਾਣੇ ਜੰਗਲਾਂ ਦੇ ਦ੍ਰਿਸ਼, ਜਦੋਂ ਖਾਲਸਾ ਜੀ ਦੇ ਦਲ ਇਹਨਾਂ ਵਿੱਚ ਲੁਕ ਕੇ ਰਹਿੰਦੇ ਸਨ, ਯਾਦ ਆਉਂਦੇ ਸਨ। ਚਾਰੇ ਪਾਸਿਓਂ ਖੇਤਾਂ ਦੇ ਵਿਚਕਾਰ ਘਿਰੀ ਹੋਈ ਇੱਕ ਫਸੀਲ ਸੀ। ਇਸ ਦੇ ਅੰਦਰ ਕੱਚੀਆਂ ਅਤੇ ਪੱਕੀਆਂ ਕੁਟੀਆਂ, ਗੁਫਾਵਾਂ ਅਤੇ ਭੋਰੇ ਬਣੇ ਹੋਏ ਸਨ। ਇਹਨਾਂ ਵਿੱਚ ਉੱਚ ਬਿਰਤੀ ਵਾਲੇ ਅਤੀਤ ਵਿਹੰਗਮ ਨਾਮ ਰਸੀਏ ਟਿਕ ਕੇ ਘਾਲਾਂ ਘਾਲਦੇ ਸਨ। ਸੇਵਾ ਤਾਂ ਬੜਾ ਭਾਰੀ ਕੁੰਭ ਲੱਗਾ ਹੋਇਆ ਸੀ। ਸਾਰੇ ਨਾਮ ਅਭਿਆਸੀ ਟੋਕਰੀ ਕਹੀ ਦੀ ਸੇਵਾ ਵਿੱਚ ਜੁੜੇ ਹੋਏ ਸਨ। ਗੁਰੂ ਦਾ ਲੰਗਰ ਅਤੁੱਟ ਵਰਤਦਾ ਸੀ। ਵਿੱਚੇ ਹੀ ਖਰਾਸ ਆਟਾ ਪੀ ਰਹੇ ਸਨ। ਇੱਕ ਪਾਸੇ ਨਾਲ ਹੀ ਲੰਗਰ ਸੱਜ ਰਿਹਾ ਸੀ। ਪੰਗਤਾਂ ਲੱਗਣ ਦੇ ਵਕਤ ਨਗਾਰੇ ਤੇ ਚੋਟ ਲੱਗੀ ਅਤੇ ਸਾਰੇ ਸਾਧ ਸੇਵਕ ਰਾਹੀ ਪਾਂਦੀ ਪੰਗਤ ਲਗਾ ਕੇ ਬੈਠ ਗਏ।
ਮੋਟੇ ਮੋਟੇ ਪ੍ਰਸ਼ਾਦੇ ਬਿਨਾਂ ਦਾਲ ਭਾਜੀ ਲੱਸੀ ਅਚਾਰ ਵਰਤਦੇ ਗਏ। ਜਦ ਛਕਣ ਦੀ ਆਗਿਆ ਹੋਈ ਤਾਂ ਦਾਸ ਨੇ ਗਰਾਹੀ ਭੰਨ ਕੇ ਮੂੰਹ ਵਿੱਚ ਪਾਈ। ਉਹ ਸਵਾਦ ਆਇਆ ਸੀ ਕਿ ਜਿਸ ਦਾ ਬਿਆਨ ਨਹੀਂ ਹੋ ਸਕਦਾ। ਐਨ ਘੇਰੇ ਦੇ ਵਿਚਕਾਰ ਦਰਬਾਰ ਸਾਹਿਬ ਸੱਜਿਆ ਹੋਇਆ ਸੀ। ਸ਼੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਕੇ ਇਹ ਸ਼ਬਦ ਚੇਤੇ ਆਉਂਦਾ ਸੀ, ਅਤ ਊਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਮੈਨੂੰ ਸੰਤ ਜੀ ਮਹਾਰਾਜ ਨੇ ਇੱਥੇ 3 ਦਿਨ ਰੱਖਿਆ। ਬੜੀਆਂ ਮਿਹਰਾਂ ਕੀਤੀਆਂ, ਪਰ ਸੇਵਾ ਦੇ ਜ਼ੋਰ ਕਰਕੇ ਫਰੂਕੇ ਨਾ ਜਾ ਸਕੇ। ਇਹਨਾਂ ਦੀ ਅਸੀਸ ਤੇ ਬਰਕਤ ਨਾਲ ਫਰੂਕੇ ਦਾ ਦੀਵਾਨ ਬੜਾ ਹੀ ਕਾਮਯਾਬ ਹੋਇਆ। ਇਸ ਸਮੇਂ ਲਾਇਲਪੁਰ ਦੀ ਸੰਗਤ ਨੇ ਖਾਲਸਾ ਹਾਈ ਸਕੂਲ ਦੀ ਨੀਂਹ ਰੱਖਣੀ ਸੀ। ਪ੍ਰਬੰਧਕਾਂ ਨੇ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਇੱਕ ਖਾਸ ਪ੍ਰੇਮੀ ਭੇਜਿਆ ਕਿ ਸੰਤ ਜੀ ਨੂੰ ਲੈ ਕੇ ਆਓ। ਲਾਇਲਪੁਰ ਵਿੱਚ ਵਿਖੇ ਬੜੇ ਭਾਰੀ ਦੀਵਾਨ ਸਜੇ ਅਤੇ ਸੰਗਤ ਵਿੱਚ ਨਾਮ ਬਾਣੀ ਅੰਮ੍ਰਿਤ ਪ੍ਰਚਾਰ ਦਾ ਅਟੁੱਟ ਪ੍ਰਵਾਹ ਚੱਲਿਆ। ਖਾਲਸਾ ਹਾਈ ਸਕੂਲ ਦੀ ਨੀਂਹ ਰੱਖਣ ਦਾ ਸਮਾਚਾਰ ਭਾਈ ਗੰਗਾ ਸਿੰਘ ਜੀ ਸੁਪਰਵਾਈਜ਼ਰ ਫੌਜੀ ਡੇਅਰੀ ਫਾਰਮ ਦੀ ਜ਼ਬਾਨੀ ਵਰਣਨ ਕੀਤਾ ਹੋਇਆ ਹੈ। ਜਦ ਸੰਤ ਜੀ ਮਹਾਰਾਜ ਬੁਨਿਆਦੀ ਪੱਥਰ ਦੀ ਰਸਮ ਪੂਰੀ ਕਰਨ ਲੱਗੇ ਤਾਂ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ। ਇੰਦਰ ਦੇਵਤਾ ਵੀ ਅਤ ਪ੍ਰਸੰਨ ਹੋਇਆ ਅਤੇ ਖੁੱਲ੍ਹੇ ਦਿਲ ਨਾਲ ਫੁੱਲ ਵਰਸਾਉਣ ਲੱਗਾ। ਬੜਾ ਮੁਸਲਾਧਾਰ ਮੀਂਹ ਪਿਆ, ਪਰ ਸੰਤ ਜੀ ਮਹਾਰਾਜ ਅਡੋਲ ਖਲੋਤੇ ਰਹੇ ਅਤੇ ਸਾਧ ਸੰਗਤ ਨੂੰ ਬੜੀ ਉੱਚੀ ਸੁਰ ਵਿੱਚ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ ਪੂਰਾ ਸ਼ਬਦ ਪੜ੍ਹਾਇਆ। ਇਹ ਇੱਕ ਅਚਰਜ ਨਜ਼ਾਰਾ ਸੀ। ਇੱਧਰੋਂ ਇੰਦਰ ਦੇਵਤਾ ਆਪਣੇ ਪੂਰੇ ਜੋਬਨ ਵਿੱਚ ਤੇ ਉੱਧਰੋਂ ਸੰਤ ਜੀ ਮਹਾਰਾਜ ਆਪਣੇ ਤੇਜ ਵਿੱਚ ਮਸਤ ਸਨ। ਸਾਧ ਸੰਗਤ ਵਿੱਚ ਇਸ ਅਦੁੱਤੀ ਤੇਜ ਅਤੇ ਸ਼ਬਦ ਦੇ ਪ੍ਰੇਮ ਦੀ ਲਹਿਰ ਚੱਲ ਪਈ। ਆਖਰ ਇੰਦਰ ਦੇਵਤਾ ਇਹ ਤੇਜ ਨਾ ਸਹਾਰ ਸਕਿਆ ਅਤੇ ਸੰਤ ਜੀ ਮਹਾਰਾਜ ਦੀ ਸ਼ਰਨ ਲੈ ਕੇ ਅਡੋਲ ਖੜਾ ਹੋ ਗਿਆ। ਮੀਂਹ ਬੰਦ ਹੋ ਗਿਆ ਅਤੇ ਬੁਨਿਆਦੀ ਪੱਥਰ ਰੱਖਣ ਦੀ ਰਸਮ ਹੁਣ ਸੋਹਣੀ ਤਰ੍ਹਾਂ ਪੂਰੀ ਕੀਤੀ ਗਈ। ਸੰਤ ਜੀ ਮਹਾਰਾਜ ਦੀ ਅਡੋਲਤਾ, ਰਸ ਭਿੰਨੇ ਨੇਤਰ ਤੇਜਸਵੀ ਸਰੂਪ ਨੇ ਮੇਰੇ 'ਤੇ ਬੜਾ ਅਸਰ ਕੀਤਾ ਅਤੇ ਮੇਰੇ ਹਿਰਦੇ ਵਿੱਚ ਇਹਨਾਂ ਦਾ ਪ੍ਰੇਮ ਦਾ ਤੀਰ ਠੀਕ ਨਿਸ਼ਾਨੇ 'ਤੇ ਬੈਠ ਗਿਆ। ਧੰਨਵਾਦ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਅਤੇ ਇੱਕ ਬੇਨਤੀ ਹੋਰ ਸੀਗੀ ਕਿ ਜਿਹੜੇ ਵੀ ਸੱਜਣ ਅੱਜ ਵਾਲੀ ਸਾਖੀ ਸੁਣ ਰਹੇ ਹਨ, ਕਿਰਪਾ ਕਰਕੇ ਉਹ ਸੰਤ ਅਤਰ ਸਿੰਘ ਜੀ ਦੀ ਜੀਵਨੀ ਦੇ ਸਾਰੇ ਭਾਗਾਂ ਨੂੰ ਫੋਲੋ ਕਰੋ, ਸਾਰੇ ਭਾਗ ਸੁਣੋ ਅਤੇ ਉਸ ਦਾ ਆਨੰਦ ਲਓ। ਧੰਨਵਾਦ।